दुनिया का बड़ा लासानी युद्ध जिहड़ा चमकौर साहब हुंदा, और 1.25 से एक लड़ाऊं वाला उत्थे देखिया गया। मतलब लोकी ते कहंदे ना भी इदां हो नहीं सकदा। दस लाख फौज, बहुत ज्यादा। पर 10 ਲੱਖ ਦੇ ਸਾਹਮਣੇ ਡਟ ਜਾਣਾ ਦੁਨੀਆ ਦੀ ਤਾਰੀਖ ਦੇ ਵਿੱਚ ਕਿਤੇ ਨਹੀਂ ਹੈਗਾ। ਅੱਜ ਗੜੀ ਵਿੱਚ ਚਮਕੌਰ ਦੇ 10ਵਾਂ ਗੁਰੂ ਆਇਆ, ਉਸ ਦੀ ਕਲਗੀ ਚਮਕਾ ਮਾਰਦੀ ਉਸ ਦਾ ਤੇਜ ਸਵਾਇਆ। देखा तो बैठे थे ध्यान लगाकर, वाहे गुरु मुंह से निकलता, तू ही मुंह से निकलता। और इस गल का सच्चे पातशाह नूं भी निश्चा है कि इत्थे जंग होवेगी हुण ते साहिबजादियां ने भी इत्थे शहादतां पाउणीआं। जो मोह हुंदा है पुत्रां दे प्रति, वो भी सच्चे पातशाह ने नहीं कीता। जदों उन्हें थोड़ा जिहा सिर कढ़िया, सच्चे पातशाह ने इहो जिहा तीर मारिया, नारखा जमीन ते पिया। जदों निकलदे होणगे पंज सिंह ते पता बाहर 10 ਲੱਖ। कमाल दा जोश, कमाल दा जज्बा कह सकदे। और पता भी असी पक्का मरना ही मरना, मौत तय वा। करके साडी कौम नूं, साडे धर्म नूं, साडे फलसफे नूं कोई नहीं मेड़ सकदा, क्योंकि साडे कोल चमकौर दी गढ़ी आ। बिल्कुल। ਜਿਹੜੇ शहीद होए आ, ये भी मेरे पुੱਤ आ, फरजंद आ मेरे। जिथे वो शहीद होए आ, इत्थे मेरे ये 2 पुत्र भी शहीद होणगे। बिल्कुल। नाम का अजीत हूं, जीता नहीं जाऊंगा। पर इधर कलगियां वाले पातशाह वा, जदों वड्डे साहिबजादा अजीत सिंह नूं शहीद हुंदे वेखदे आ ते ਉਹ जकारा ला के ਉਹਦੀ शहादत ਦਾ स्वागत करदे। और ਉਹਨਾਂ ਦੀ शहादत ਤੋਂ ਬਾਅਦ सतगुरु जी परमात्मा ਦਾ शुक्र कर रहे ਆ। ਇੱਕ ਪਾਸੇ ਉਹਨਾਂ ਨੇ ਤਾੜੀ ਮਾਰੀ, ਪੀਰੇ ਹਿੰਦ ਮੈਂ ਰਵੱਧ, ਸਿੱਖਾਂ ਦਾ ਗੁਰੂ ਜਾ ਰਿਹਾ, ਰੋਕ ਸਕਦੇ ਹੋ ਤੇ ਰੋਕ ਲਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ जी की फतेह। द खालस टीवी देखने वाले साढ़े सारे दर्शकों का बहुत बहुत स्वागत है। चमक है मेहर की चमकौर तेरे जर्रों में, यहाँ से बन के सियारे गए आसमां के लिए। अज गल करांगे इस लासानी शहादतां दे इतिहास दे विच चमकौर दी असावी जंग दी गल करांगे किस तरीके दे नाल गुरु गोबिंद सिंह पातशाह दे वड्डे साहिबजादे जंग दे विच शहीद हो गए। असावी जंग इस करके क्योंकि एक पासे 10 ਲੱਖ तो वध फौजां सी ते दूसरे पासे गुरु गोबिंद सिंह पातशाह 2 वड्डे साहिबजादे अते 40 ਜਿਹੜੇ ਉਹ ਸਿੰਘ ਸੀਗੇ। ਤੇ ਜਾਣਾਂਗੇ ਗੁਰੂ ਸਾਹਿਬ ਦੇ ਵੱਡੇ ਸਾਹਿਬਜ਼ਾਦਿਆਂ ਦੀ ਵੀਰਤਾ ਤੇ ਗੁਰੂ ਸਾਹਿਬ ਨੇ ਕਿਸ ਤਰੀਕੇ ਦੇ ਨਾਲ ਆਪਣੀਆਂ ਅੱਖਾਂ ਦੇ ਮੂਹਰੇ ਆਪਣੇ ਵੱਡੇ ਲਾਲ ਸ਼ਹੀਦ ਕਰਵਾ ਦਿੱਤੇ। ਸਿਰਫ ਸ਼ਹੀਦ ਨਹੀਂ ਕਰਵਾਏ, ਖੁਦ ਆਪਣੇ ਹੱਥੀਂ ਤੋਰਿਆ ਸ਼ਹੀਦੀਆਂ ਪਾਉਣ ਦੇ ਲਈ। ਤੇ ਫਿਰ ਗੜੀ ਦੇ ਉੱਤੋਂ ਜੈਕਾਰੇ ਗੁੰਜਾਏ ਸੀ ਤੇ ਅਜਿਹਾ ਦੁਨੀਆ ਦਾ ਇੱਕੋ ਇੱਕ ਪਿਤਾ ਹੋਇਆ ਜਿਸ ਨੇ ਇੰਜ ਕੀਤਾ, ਆਪਣੇ ਪੁੱਤਰਾਂ ਨੂੰ ਆਪ ਤੋਰਿਆ ਤੇ ਫਿਰ ਜੈਕਾਰੇ ਵੀ ਖੁਸ਼ੀ ਦੇ ਵਿੱਚ ਗੁੰਜਾਏ, ਉਹਨਾਂ ਨੂੰ ਆਪ ਤਿਆਰ ਕੀਤਾ। ਸੋ ਸਾਡੇ ਨਾਲ ਅੱਜ ਦਾ ਇਤਿਹਾਸ ਲੜੀਵਾਰ ਸੁਣਾਉਣ ਦੇ ਲਈ ਭਾਈ ਕੁਲਦੀਪ ਸਿੰਘ ਗੁੜਗੱਜ ਜੁੜੇ ਹੋਏ ਨੇ ਰੋਜ਼ਾਨਾ ਦੇ ਵਾਂਗੂ। ਭਾਈ ਸਾਹਿਬ ਬਹੁਤ ਬਹੁਤ ਸਵਾਗਤ ਹੈ ਦ ਖਾਲਸ ਟੀਵੀ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਭਾਈ ਸਾਹਿਬ ਕੱਲ ਆਪਾਂ ਜਿਹੜਾ ਇਤਿਹਾਸ ਸਰਵਣ ਕਰਵਾਇਆ ਸੀ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਾਂਦੇ ਨੇ ਕੋਟਲਾ ਨਿਹੰਗ ਖਾਨ ਦੇ ਘਰ। ਉਸ ਤੋਂ ਬਾਅਦ ਦਾ ਫਿਰ ਆਪਾਂ ਅੱਗੇ ਤੋਰੀਏ ਤੇ ਉਸ ਅਸਾਵੀਂ ਜੰਗ ਦੀ ਗੱਲ ਹੈ ਜਿਹੜੀ ਉਹ ਅੱਜ ਆਪਾਂ ਦਰਸ਼ਕਾਂ ਦੇ ਨਾਲ ਸਾਂਝੀ ਕਰੀਏ। ਇੱਥੋਂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਆਪਣੇ ਵੱਡੇ ਸਾਹਿਬਜ਼ਾਦਿਆਂ ਤੇ 40 ਸਿੰਘਾਂ ਦੇ ਸਮੇਤ ਚਮਕੌਰ ਸਾਹਿਬ ਵਾਲੇ ਪਾਸੇ ਨੂੰ ਚਲੇ ਗਏ ਜੀ।
ਤਵਾਰੀਖ ਦੇ ਵਿੱਚ ਜ਼ਿਕਰ ਆਉਂਦਾ ਕਿ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਪਹਿਲਾਂ ਵੀ ਚਮਕੌਰ ਸਾਹਿਬ ਗਏ ਸੀ। ਠੀਕ ਹੈ। ਇਸ ਕਰਕੇ ਉਸ ਇਲਾਕੇ ਦੀ ਉਹਨਾਂ ਨੂੰ ਸਮਝ ਸੀ ਔਰ ਉਸ ਪਿੰਡ ਦੇ ਅੰਦਰ ਇੱਕ ਕੱਚੀ ਗੜੀ ਆ ਜੀ ਜੀ, ਇਹਦਾ ਵੀ ਸੱਚੇ ਪਾਤਸ਼ਾਹ ਨੂੰ ਪਤਾ ਹੈ। ਠੀਕ ਹੈ। ਇਹ ਗੜੀ ਜਿਹੜੀ ਹੈ ਇਹ ਕੋਈ ਕਿਲਾ ਨਹੀਂ ਸੀ ਹੈਗਾ, ਇਹ ਕੱਚੀ ਗੜੀ ਹੀ। ਆਮ ਕਰਕੇ ਜਿਹੜੇ ਵੱਡੇ ਚੌਧਰੀ ਹੁੰਦੇ ਸੀ ਉਹ ਕਿਲਾ ਨੂਮਾ ਜਿਹੜੀਆਂ ਇਹ ਕੱਚੀਆਂ ਗੜੀਆਂ ਜਿਹੜੀਆਂ ਇਹ ਉਸਾਰਦੇ। ਠੀਕ ਹੈ। ਤੋ ਸੱਚੇ ਪਾਤਸ਼ਾਹ ਜੀ ਜਦੋਂ ਉਸ ਗੜੀ ਦੇ ਵਿੱਚ ਗਏ ਆ, ਕਈ ਦਿਨਾਂ ਦੇ ਭੁੱਖੇ ਭਾਣੇ ਸੀ ਸਿੱਖ ਸਾਹਿਬਜ਼ਾਦੇ, ਤੇ ਕਵੀਆਂ ਨੇ ਲਿਖਿਆ ਕਿ ਅੱਜ ਗੜੀ ਵਿੱਚ ਚਮਕੌਰ ਦੇ 10ਵਾਂ ਗੁਰੂ ਆਇਆ, ਉਸ ਦੀ ਕਲਗੀ ਚਮਕਾ ਮਾਰਦੀ ਉਸ ਦਾ ਤੇਜ ਸਵਾਇਆ, ਉਸ ਦੇ ਨਾਲ ਦੇ 40 ਯੋਧਿਆਂ ਸੀਸ ਤਲੀ ਟਿਕਾਇਆ, ਅੱਜ ਦਿਲਬਰ ਲੱਖਾਂ ਦਲਾਂ ਦਾ ਹੋ ਜਾਊ ਸਫਾਇਆ। ਬੜੀ ਚੜ੍ਹਦੀ ਕਲਾ ਦੇ ਨਾਲ ਸੱਚੇ ਪਾਤਸ਼ਾਹ ਉੱਥੇ ਗਏ ਜੀ ਜੀ। ਤੇ ਕਵੀ जोगी अल्लाह यार खां लिखदा कि खाना कई वक्तों से मैसर ना आया, इस शाम भी शेरों ने कड़ाका ही उठाया। कड़ाके का मतलब आ मिलिया नहीं जी जी, पर इन्ना सबर इन्ना संतोख आ गुरु के सिखां दे विच ते साहिबजादियां दे विच, फिर भी वो उत्थे चढ़दी कला च। और चमकौर दी गड़ी दे अंदर पहुंच के सच्चे पातशाह जिहड़े आ वो बैठे नहीं आ। बिल्कुल इत्थों ये भी पता लगता है कि गुरु साहिब दा किन्ना उन्हां दा जलाल होऊगा, किन्ना तेज होऊगा कि ਜਿਹੜੇ ਸਿੰਘ ਹੈਗੇ ਨੇ ਉਹ ਭੁੱਖਣ ਭਾਣੇ ਵੀ ਜੇ ਗੁਰੂ ਸਾਹਿਬ ਉਹਨਾਂ ਦੇ ਨਾਲ ਨੇ ਤੇ ਚੜ੍ਹਦੀ ਕਲਾ ਦੇ ਵਿੱਚ ਨੇ ਤੇ ਜੰਗ ਵਿੱਚ ਜੂਝਣ ਲਈ ਵੀ ਤਿਆਰ ਨੇ। ਕਿਸ ਕਦਰ ਉਹ ਗੁਰੂ ਦਾ ਤੇ ਆਪਾਂ ਕਹਿ ਸਕਦੇ ਮੁਰਸ਼ਿਦ ਦਾ ਪਿਆਰ ਹੋਏਗਾ, ਪ੍ਰੇਮ ਹੋਏਗਾ। ਵੇਖੋ ਜੀ ਪਿਆਰ ਵੀ ਆ ਤੇ ਉੱਥੇ ਜਾ ਕੇ ਵੀ ਸੱਚੇ ਪਾਤਸ਼ਾਹ ਰੱਬ ਦੇ ਸ਼ੁਕਰ 'ਚ ਬੈਠੇ ਆ। ਕਵੀ ਜੋਗੀ ਅੱਲਾ ਯਾਰ ਖਾਂ ਲਿਖਦਾ ਵਾ, कुछ पहरा देने लगे तलवार उठाकर, कुछ जमीन पे सो गए जी कोश बिछाकर, गोबिंद भी शाबाश हुए खैमा में जाकर, देखा तो बैठे थे ध्यान लगाकर, वाहे गुरु मुंह से निकलता, तू ही मुंह से निकलता। सच्चे पातशाह गुरु गोबिंद सिंह जी चमकौर दी गड़ी दे विच ने और कल्ले कल्ले सिख दे कोल जा रहे ने, अपने साहिबजादियां नूं भी उन्हां ने देखिया है और इस गल दा सच्चे पातशाह नूं भी निश्चा है कि इत्थे जंग होवेगी हुण ते साहिबजादियां ने भी इत्थे शहादतां पाउणीਆਂ ने। पर धन जिगरा कलगियां वाले माही दा सच्चे पातशाह दा उन्हां दे चेहरे ते कोई डर नहीं आ, कोई भै नहीं आ, ते जो मोह हुंदा है पुत्रां दे प्रति वो भी सच्चे पातशाह ने नहीं कीता और सारी रात पहरा दिता जी। उपर ਸਿੰਘਾਂ ने कुछ ਜਿਹੜੇ ਸਿੰਘ ਸੀ ਉਹ ਸੌਂ ਵੀ ਗਏ। ਜਦੋਂ ਸਵੇਰ ਹੋਈ ਤਾਂ 10 ਲੱਖ ਦੀ ਜਿਹੜੀ ਫੌਜ ਸੀ ਉਹਨੇ ਮਤਲਬ ਚਮਕੌਰ ਦੀ ਗੜੀ ਨੂੰ ਘੇਰਿਆ ਆ ਜੀ। ਉਹਨਾਂ ਦਾ ਉਹ ਇਹ ਹੀ ਕਿ ਇਹ ਛੋਟੀ ਜੀ ਗੜੀ 10 ਲੱਖ ਫੌਜ ਦੇ ਸਾਹਮਣੇ ਕੀ ਆ ਤੇ ਅਸੀਂ ਬੜੇ ਆਰਾਮ ਦੇ ਨਾਲ ਇਹਨੂੰ ਜਿੱਤ ਲਾਂਗੇ। ਮਤਲਬ ਉਹਨਾਂ ਨੇ ਕਰ ਲਿਆ ਵੀ ਹੁਣ ਅਸੀਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਜਿਉਂਦਿਆਂ ਫੜ ਸਕਦੇ ਹਾਂ, गिरफ्तार करके औरंगजेब के सामने वजीर खान के सामने पेश कर सकते हैं। पर उन्होंने दे भुलेखे उदों दूर हो गए जदों फौजां अगे वधियां गढ़ी वाल नूं ते गुरु साहब गुरु के सिंघां साहिबजादियां दे तीरां ने उन्हां दा स्वागत कीता। ਜਿਹੜੀਆਂ ਪਹਿਲੀਆਂ ਭਰਤਾਂ ਸੀ ਉਹ तीरां दा शिकार हो गईयां ते इन्हां फौजां नूं पिछे हटना पिया। बिल्कुल दुनिया दा बड़ा लासानी युद्ध जिहड़ा चमकौर साहिब हुंदा, बिल्कुल बिल्कुल ਇਹੋ ਜਿਹਾ ਦੁਨੀਆ ਦੇ ਵਿੱਚ ਕੋਈ ਮਿਸਾਲ ਹੀ ਨਹੀਂ ਹੈਗੀ, ਤਾਂ ਹੀ ਅਸਾਵੀਂ ਜੰਗ ਕਿਹਾ ਜਾਂਦਾ ਹੈ। ਤੁਸੀਂ ਇਹ ਦੇਖੋ ਭੈਣ ਜੀ ਵੀ 10 ਲੱਖ ਫੌਜ, ਬਹੁਤ ਜ਼ਿਆਦਾ ਗਿਣਤੀ, 10 ਲੱਖ ਫੌਜ ਦਾ ਡਰ, ਉਹਦੀ ਦਹਿਸ਼ਤ, ਉਹਨਾਂ ਦੇ ਕੋਲ ਵਕਤ ਦੇ ਸਾਰੇ ਹਥਿਆਰ, ਉਹਨਾਂ ਦੇ ਕੋਲ ਖਾਣਾ ਪੀਣਾ ਸਾਰਾ ਕੁਝ ਪਹੁੰਚ ਰਿਹਾ ਨਾ, ਸਭ ਕੁਝ। ਉਹ ਜਿਹੜੇ ਗਿਣਤੀ ਦੇ ਸਿੰਘ ਆ 40 ਕੋ ਤੇ ਕਈ ਦਿਨਾਂ ਦੇ ਭੁੱਖੇ ਵੀ ਆ ਤੇ ਉਹਨਾਂ ਦੇ ਕੋਲ ਆਪਣੇ ਰਵਾਇਤੀ ਹਥਿਆਰ ਆ। ਬਿਲਕੁਲ ਇਹ ਠੀਕ ਆ, ਗੁਰੂ ਸਾਹਿਬ ਹਥਿਆਰਾਂ ਤੇ ਸ਼ਾਸਤਰਾਂ ਨੂੰ ਬੜਾ ਪਿਆਰ ਕਰਦੇ ਸੀ। ਹਾਂਜੀ, ਉਹਨਾਂ ਨੇ ਆਪਣੇ ਫੈਕਟਰੀਆਂ ਕਾਰਖਾਨੇ ਲਾਏ, ਉਹ ਜਿਹੜੇ ਆਪਣੇ ਬਣਾਏ ਉਹਨਾਂ ਦੇ ਹਥਿਆਰ ਆ ਉਹਨਾਂ ਦੇ ਕੋਲ ਹੈਗੇ ਸੀ। ਪਰ 10 ਲੱਖ ਦੇ ਸਾਹਮਣੇ ਡਟ ਜਾਣਾ ਦੁਨੀਆ ਦੀ ਤਵਾਰੀਖ ਦੇ ਵਿੱਚ ਕਿਤੇ ਨਹੀਂ ਹੈਗਾ, ਕਿਤੇ ਇਹੋ ਜਿਹੀ ਮਿਸਾਲ ਨਹੀਂ ਮਿਲਦੀ। ਔਰ ਦੇਖੋ ਤੁਸੀਂ 10 ਲੱਖ ਫੌਜ ਹੈ ਜਿਹੜੀ ਉਹ ਪਤਾ ਨਹੀਂ ਕਿੰਨੇ ਕਿਲੋਮੀਟਰ ਤੱਕ, ਉਹ ਦੂਰ ਦੂਰ ਤੱਕ ਫੌਜ ਹੀ ਫੌਜ ਦਿਖਦੀ ਹੋਏਗੀ ਹਥਿਆਰਾਂ ਨਾਲ ਲੈਸ। ਔਰ ਸੋਚ ਕੇ ਆਪਾਂ ਦੇਖੀਏ ਉਹਨਾਂ ਦੇ ਅੰਦਰ ਇਹ ਕਿ ਅਸੀਂ ਅੱਜ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰ ਲੈਣਾ, ਫੜ ਲੈਣਾ। ਮਤਲਬ ਕਈਆਂ ਦੇ ਅੰਦਰ ਹੁੰਦਾ ਨਾ ਜਿਹੜੇ ਉਹਨਾਂ ਦੇ ਜਰਨੈਲ ਹੋਣਗੇ ਵੀ ਅਸੀਂ ਜਦੋਂ ਇਹਨਾਂ ਨੂੰ ਫੜਾਂਗੇ ਔਰੰਗਜ਼ੇਬ ਕੋ ਪੇਸ਼ ਕਰਾਂਗੇ ਤੇ ਸਾਨੂੰ ਉੱਥੋਂ ਖਿਲਤਾਂ ਮਿਲਣਗੀਆਂ, ਸਾਨੂੰ ਨਵਾਬੀਆਂ ਮਿਲਣਗੀਆਂ। ਉਹ ਇਸੇ ਕਰਕੇ ਉਹ ਅੱਗੇ ਨੂੰ ਕੁਛ ਗਏ ਵੀ ਆ
ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਜ਼ਫਰਨਾਮੇ 'ਚ ਜ਼ਿਕਰ ਕੀਤਾ ਕਿ ਜਿਹੜਾ ਨਾਹਰ ਖਾਨ ਹੈ, ਨਾਹਰ ਖਾਨ ਗੜੀ ਨੂੰ ਪੌੜੀ ਲਾ ਕੇ ਤੇ ਉੱਪਰ ਚੜ ਰਿਹਾ ਹੈ। ਜਦੋਂ ਉਹਨੇ ਥੋੜਾ ਜਿਹਾ ਸਿਰ ਕੱਢਿਆ, ਸੱਚੇ ਪਾਤਸ਼ਾਹ ਨੇ ਇਹੋ ਜਿਹਾ ਤੀਰ ਮਾਰਿਆ, ਨਾਹਰ ਖਾਨ ਜ਼ਮੀਨ ਤੇ ਪਿਆ। ਬਿਲਕੁਲ। ਉਹਦੇ ਤੋਂ ਬਾਅਦ ਗਨੀ ਖਾਂ, ਉਹ ਸੱਚੇ ਪਾਤਸ਼ਾਹ ਦੇ ਗੁਰਜ ਦਾ ਸ਼ਿਕਾਰ ਹੋ ਗਿਆ। ਉਹਦੇ ਤੋਂ ਬਾਅਦ ਖਵਾਜਾ ਮਰਦੂਦ, ਜਿਹਦਾ ਨਾਮ ਹੀ ਵੈਸੇ ਖਵਾਜਾ ਮਹਿਦੂਦ, ਹਾਂਜੀ, ਪਰ ਕਿਉਂਕਿ ਉਹਨੇ ਜਦੋਂ 2 ਮਰਦੇ ਵੇਖੇ ਤੇ ਉਹ ਪਹਿਲਾਂ ਤੇ ਬੜੀਆਂ 18 ਮਰਦਾ ਸੀ ਵੀ ਅਸੀਂ ਫੜ ਲੈਣਾ। ਜਦੋਂ ਉਹਨੇ 2 ਮਰਦੇ ਵੇਖੇ ਤੇ ਉਹ ਲੁਕ ਗਿਆ ਜੀ, ਪਰ ਫਿਰ ਵੀ ਉਹ ਬਚਿਆ ਨਹੀਂ। ਸੱਚੇ ਪਾਤਸ਼ਾਹ ਨੇ ਕਿਹਾ ਖਵਾਜਾ ਮਰਦੂਦ ਹੈ। ਇਹ ਵੱਡੇ ਵੱਡੇ ਜਿਹੜੇ ਥੰਮ ਹੈਗੇ ਸੀ ਮੁਗਲਾਂ ਦੇ, ਉਹ ਇੱਥੇ ਡਿੱਗ ਪਏ। ਸੱਚੇ ਪਾਤਸ਼ਾਹ ਫਿਰ ਵੀ ਚੜ੍ਹਦੀ ਕਲਾ 'ਚ। ਫਿਰ ਜਦੋਂ ਫੌਜਾਂ ਬਹੁਤ ਨੇੜੇ ਆ ਗਈਆਂ ਤਾਂ ਫਿਰ ਗੁਰੂ ਸਾਹਿਬ ਨੇ ਖਾਲਸਾ ਪੰਥ ਦੇ ਨਾਲ ਸਲਾਹ ਕੀਤੀ। 5 ਸਿੰਘਾਂ ਦਾ ਜਿਹੜਾ ਜਥਾ ਵਾ ਉਹ ਗੜੀ ਦਾ ਦਰਵਾਜ਼ਾ ਖੋਲ ਕੇ ਬਾਹਰ ਜਾਂਦਾ ਹੈ ਜੀ, ਬਾਹਰ ਸਾਹਮਣੇ ਆਣ ਕੇ ਲੜਦਾ ਤੇ ਲੜਦਿਆਂ ਸ਼ਹੀਦ ਹੋ ਜਾਂਦੇ ਆ। ਬਿਲਕੁਲ। ਹੁਣ ਵੇਖੋ, ਜਦੋਂ ਨਿਕਲਦੇ ਹੋਣਗੇ 5 ਸਿੰਘ ਤੇ ਪਤਾ ਬਾਹਰ 10 ਲੱਖ ਆ। ਕਮਾਲ ਦਾ ਜੋਸ਼, ਕਮਾਲ ਦਾ ਜਜ਼ਬਾ ਕਹਿ ਸਕਦੇ, ਮਤਲਬ ਸੋਚ ਕੇ ਵੀ ਹੈਰਾਨੀ ਹੁੰਦੀ ਹੈ ਵੀ ਇਸ ਤਰ੍ਹਾਂ ਵੀ ਹੋ ਸਕਦਾ। 10 ਲੱਖ ਉਹ 5, ਔਰ ਪਤਾ ਵੀ ਅਸੀਂ ਪੱਕਾ ਮਰਨਾ ਹੀ ਮਰਨਾ, ਮੌਤ ਤੈਅ ਵਾ, ਪਰ ਉਹਨਾਂ ਦੇ ਚਿਹਰੇ ਤੇ ਕੋਈ ਡਰ ਨਹੀਂ ਆ। ਤੋਂ 5 ਸਿੰਘਾਂ ਦੇ ਜਥੇ ਜਿਹੜੇ ਆ ਉਹ ਬਾਹਰ ਜਾਂਦੇ ਰਹੇ। ਇਹੋ ਜਿਹਾ ਵੀ ਜੀ ਸੁਣ ਕੇ ਕਈ ਲੋਕ ਨੇ ਜਿਹੜੇ ਸੁਣ ਕੇ ਸੱਚਮੁੱਚ ਦਿਮਾਗ ਦੇ ਵਿੱਚ ਆਉਂਦਾ ਹੈ ਕਿ ਐਸਾ ਕੀ ਸੀਗਾ। ਜਿਵੇਂ ਹੁਣ ਸੀਗਾ 10 ਲੱਖ ਤੇ 5, ਆਪਾਂ ਜਦੋਂ ਸੋਚਦੇ ਆ ਨਾ, ਮਤਲਬ ਅਸਲੀਅਤ ਦੇ ਵਿੱਚ ਜੇ ਉਹ ਆਪਣੇ ਸਾਹਮਣੇ ਹੋਵੇ, ਮੈਨੂੰ ਲੱਗਦਾ ਨਹੀਂ ਕਰ ਸਕਦੇ, ਕੋਈ ਵੀ ਆਮ ਇਨਸਾਨ ਨਹੀਂ ਕਰ ਸਕਦਾ। ਆਖਿਰਕਾਰ ਐਸਾ ਕੀ ਸੀ? 10 ਲੱਖ ਸਾਹਮਣੇ 5 ਜਾਂਦੇ ਸੀ, ਪੂਰਾ ਧਾੜ ਬਣ ਕੇ ਜਾਂਦੇ ਸੀ, ਔਰ ਕਈਆਂ ਨੂੰ ਨਾਲ ਲੈ ਕੇ ਫਿਰ ਸ਼ਹੀਦੀਆਂ ਪਾਉਂਦੇ ਸੀ। ਦੇਖੋ ਜੀ, ਇਹ ਸੀ ਵਿਸ਼ਵਾਸ, ਧਰਮ ਦੇ ਵਿੱਚ ਪੱਕੇ, ਗੁਰੂ ਸਾਹਿਬ ਤੇ ਪੱਕਾ ਭਰੋਸਾ ਤੇ ਅਕੀਦਾ। ਜੋ ਗੁਰੂ ਸਾਹਿਬ ਨੇ ਅੰਮ੍ਰਿਤ ਦੀ ਦਾਤ ਦਿੱਤੀ, ਜੋ ਗੁਰੂ ਨਾਨਕ ਪਾਤਸ਼ਾਹ ਨੇ ਸਿੱਖੀ ਫਲਸਫਾ ਦਿੱਤਾ, ਉਹਨੇ ਉਹਨਾਂ ਸਿੱਖਾਂ ਨੂੰ ਇੰਨੇ ਜ਼ਿਆਦਾ ਤਗੜੇ ਕਰਤਾ ਕਿ ਉਹਨਾਂ ਦੇ ਅੰਦਰੋਂ ਡਰ ਖਤਮ ਹੀ ਹੋ ਗਿਆ। ਮੌਤ ਦਾ ਕੋਈ ਡਰ ਹੀ ਨਹੀਂ ਰਿਹਾ। ਜੋ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਆਖਿਆ ਸੀ ਨਾ ਵੀ ਨਿਰਭਉ ਜਪੈ ਸਗਲ ਭਉ ਮਿਟੈ, ਉਹਨਾਂ ਨੇ ਨਿਰਭਉ ਨੂੰ ਜਪਿਆ। ਵੇਖੋ, ਅੱਜ ਜੋ ਮਰਜ਼ੀ ਲੋਕ ਤਰਕ ਵਿਤਰਕ ਕਰੀ ਜਾਣ, ਪਰ ਜਿਹੜੀਆਂ ਇਹ ਸ਼ਹਾਦਤਾਂ ਵਾ, ਇਹ ਧਰਮ ਦੇ ਵਿੱਚ ਪਰਪੱਕ ਹੋਣ ਤੋਂ ਬਿਨਾਂ ਕੋਈ ਪ੍ਰਾਪਤ ਕਰ ਹੀ ਨਹੀਂ ਸਕਦਾ। ਇਹ ਅਕੀਦਾ ਵਾ ਉਹਨਾਂ ਦਾ ਆਪਣੇ ਮੁਰਸ਼ਿਦ ਤੇ, ਆਪਣੇ ਗੁਰੂ ਤੇ, ਕਿ ਗੁਰੂ ਸਾਹਿਬ ਨੇ ਉਹਨਾਂ ਨੂੰ ਇਹੋ ਜਿਹੀ ਸਪਿਰਿਟ ਦਿੱਤੀ ਆ, ਉਹ ਪਰਵਾਹ ਹੀ ਨਹੀਂ ਕਰਦੇ। ਉਹ ਜਾਂਦੇ ਆ, ਸ਼ਹਾਦਤਾਂ ਪ੍ਰਾਪਤ ਕਰਦੇ ਆ, ਅਗਲੇ ਫਿਰ ਤਿਆਰ ਬੈਠੇ, ਅਸੀਂ ਵੀ ਜਾਣਾ। ਕੋਈ ਉੱਥੇ ਬਹਿਸ ਨਹੀਂ ਕਰਦਾ। ਔਰ ਜਿਵੇਂ ਤਵਾਰੀਖ ਦੇ ਵਿੱਚ ਲਿਖਿਆ, ਆਪਾਂ ਪੜ੍ਹਦੇ ਆ ਕਿ ਇੱਕ ਦੂਸਰੇ ਤੋਂ ਪਹਿਲਾਂ ਜਾਣ ਦੀ ਅਪੀਲ ਕਰਦੇ ਸੀ ਗੁਰੂ ਸਾਹਿਬ ਨੂੰ ਕਿ ਇਹਨਾਂ ਤੋਂ ਪਹਿਲਾਂ ਮੈਂ ਜਾਣਾ ਹੈਗਾ। ਤੇ ਇਸੇ ਕਰਕੇ ਇਤਿਹਾਸ ਦੇ ਵਿੱਚ ਨਾਮ ਹੈ, ਰਹਿੰਦੀ ਦੁਨੀਆ ਤੱਕ ਸ਼ਾਇਦ ਨਾਮ ਇਸੇ ਤਰ੍ਹਾਂ ਰਹਿਣਾ। ਇਸ ਜੰਗ ਨੂੰ ਕੋਈ ਮਿਟਾ ਨਹੀਂ ਸਕਦਾ। ਇਹ ਜੰਗ ਜਿਹੜੀ ਆ ਜੀ, ਇਹ ਹਮੇਸ਼ਾ ਸੇਧ ਦਿੰਦੀ ਰਹੂਗੀ ਸਾਡੀ ਕੌਮ ਨੂੰ ਜੀ, ਔਰ ਇਹ ਸਾਡੀ ਤਵਾਰੀਖ ਆ। ਕੌਮਾਂ ਉਹ ਜਿਉਂਦੀਆਂ ਜਿਹਦਾ ਇਤਿਹਾਸ ਆ, ਤੇ ਜਿਹੜੀਆਂ ਕੌਮਾਂ ਇਤਿਹਾਸ ਨੂੰ ਯਾਦ ਰੱਖਦੀਆਂ। ਇਸੇ ਕਰਕੇ ਸਾਡੀ ਕੌਮ ਨੂੰ, ਸਾਡੇ ਧਰਮ ਨੂੰ, ਸਾਡੇ ਫਲਸਫੇ ਨੂੰ ਕੋਈ ਨਹੀਂ ਮੇੜ ਸਕਦਾ, ਕਿਉਂਕਿ ਸਾਡੇ ਕੋਲ ਚਮਕੌਰ ਦੀ ਗੜੀ ਆ। ਬਿਲਕੁਲ। ਔਰ ਇਹ ਉਹ ਗੜੀ ਆ, ਜਦੋਂ ਸਿੰਘ ਥੋੜੇ ਜਿਹੇ ਰਹਿ ਗਏ ਤਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਨੂੰ ਸਿੱਖਾਂ ਨੇ ਬੇਨਤੀ ਕੀਤੀ ਵੀ ਮਹਾਰਾਜ 4 ਹੀ 2 ਰਹਿ ਗਏ, ਤੇ ਤੁਸੀਂ ਆਪਣੇ ਇਹਨਾਂ 2 ਪੁੱਤਰਾਂ ਨੂੰ ਲੈ ਕੇ ਤੇ ਚਮਕੌਰ ਦੀ ਗੜੀ ਨੂੰ ਖਾਲੀ ਕਰਕੇ ਚਲੇ ਜਾਓ। ਬਹੁਤ ਬੇਨਤੀਆਂ ਕੀਤੀਆਂ। ਸੱਚੇ ਪਾਤਸ਼ਾਹ ਨੇ ਆਖਿਆ ਵੀ ਨਹੀਂ, ਜਿਹੜੇ ਸ਼ਹੀਦ ਹੋਏ ਆ ਇਹ ਵੀ ਮੇਰੇ ਪੁੱਤ ਆ, ਫਰਜ਼ੰਦ ਆ ਮੇਰੇ। ਜਿੱਥੇ ਉਹ ਸ਼ਹੀਦ ਹੋਏ ਆ, ਇੱਥੇ ਮੇਰੇ ਇਹ 2 ਪੁੱਤਰ ਵੀ ਸ਼ਹੀਦ ਹੋਣਗੇ। ਬਿਲਕੁਲ। ਔਰ ਉਸ ਤੋਂ ਵੀ ਕਮਾਲ ਦੀ ਗੱਲ ਕਿ ਪੁੱਤਰ ਵੀ ਨਹੀਂ ਮੰਨ ਰਹੇ ਸੀ, ਉਹ ਵੀ ਕਹਿੰਦੇ ਕਿ ਅਸੀਂ ਸ਼ਹੀਦ ਹੋਣ ਜਾਣਾ। ਦੇਖੋ ਜੀ, ਸਾਹਿਬਜ਼ਾਦਾ ਅਜੀਤ ਸਿੰਘ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਜਾਂਦਾ ਹੈ ਤੇ ਜਾ ਕੇ ਬੇਨਤੀ ਕਰਦਾ ਵੀ ਸੱਚੇ ਪਾਤਸ਼ਾਹ ਮੈਨੂੰ ਆਗਿਆ ਦਿਓ। ਔਰ ਇਤਿਹਾਸ ਦੇ ਵਿੱਚ ਹੈ ਕਿ ਆਪ ਗੁਰੂ ਪਿਤਾ ਨੂੰ ਤਿਆਰ ਕਰਦੇ ਆ, ਤਿਆਰ ਕਰਕੇ 5 ਸਿੰਘ ਨਾਲ ਦੇ ਕੇ ਮੈਦਾਨੇ ਜੰਗ ਵੱਲ ਤੋਰ ਦਿੱਤਾ ਜਾਂਦਾ। ਔਰ ਉਮਰ ਦੇਖੋ 20 ਸਾਲ ਤੋਂ ਛੋਟੀ। ਵੇਖੋ ਜੀ, ਉਮਰ ਵੀ ਛੋਟੀ, ਫਿਰ ਜਜ਼ਬਾ। ਕਹਿੰਦੇ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਜਾ ਰਿਹਾ ਸੀ ਤੇ ਉਹਨੇ ਬੇਨਤੀ ਕੀਤੀ ਸੀ, ਨਾਮ ਕਾ ਅਜੀਤ ਹੂੰ जीता नहीं जाऊंगा, जीता अगर गया तो लौट के नहीं आऊंगा, जीता नहीं आऊंगा, ਜਿਉਂਦਾ ਮੈਂ ਵਾਪਸ ਨਹੀਂ ਆਉਂਗਾ। ਬਿਲਕੁਲ। ਫਿਰ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਜਾਂਦੇ ਆ ਮੈਦਾਨੇ ਜੰਗ ਦੇ ਵਿੱਚ ਤੇ ਉੱਥੇ ਬੜੀ ਭਗਦੜ ਪੈ ਗਈ। ਤੋ ਫਿਰ ਕਵੀ ਜੋਗੀ ਅੱਲਾ ਯਾਰ ਖਾਂ ਹੀ ਲਿਖਦਾ ਜੀ, ਉਹ ਕਹਿੰਦਾ ਕਿ
गोविंद तो गोविंद है, गोविंद के पिसर भी महान है। पिसर मीन्स पुत्र। जा अल्लाह किस मट्टी के बने जे लाल हैं, आगे आगे बढ़ते हैं, मौत से न डरते हैं, जख्मों से खून बह रहा ना जख्मों का ख्याल है, जा अल्लाह किस मट्टी के बने जे लाल है। तो साहिबजादा अजीत सिंह बड़ी बहादरी ਦੇ ਨਾਲ ਲੜਿਆ ਔਰ ਸ਼ਹੀਦ ਹੁੰਦਾ ਮੈਦਾਨੇ ਜੰਗ ਦੇ ਵਿੱਚ। ਔਰ ਜਿਵੇਂ ਹੀ ਸ਼ਹੀਦ ਹੁੰਦਾ ਹੈ, ਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇਖ ਰਿਹਾ ਹੈ ਗੜੀ ਤੋਂ, ਜਿਵੇਂ ਹੀ ਉਹ ਸ਼ਹੀਦ ਹੁੰਦਾ, ਸੱਚੇ ਪਾਤਸ਼ਾਹ ਨੇ ਉਹਦੀ ਸ਼ਹਾਦਤ ਤੋਂ ਬਾਅਦ ਜੈਕਾਰਾ ਲਾ ਕੇ ਉਹਦੀ ਸ਼ਹਾਦਤ ਦਾ ਸਵਾਗਤ ਕਰ ਦਿੱਤਾ। ਜੀ ਬਿਲਕੁਲ, ਇਹ ਸਭ ਤੋਂ ਵੱਡੀ ਕਮਾਲ ਦੀ ਗੱਲ ਲੱਗਦੀ ਹੈ ਵੀਰ ਜੀ, ਜੇ ਦੇਖੀਏ ਆਪਾਂ ਕਿ ਪਿਤਾ ਦੇ ਸਾਹਮਣੇ ਪੁੱਤ ਸ਼ਹੀਦ ਹੋ ਰਿਹਾ ਹੈ, ਇੱਕ ਵੀ ਅਥਰੂ ਇੱਕ ਵੀ ਹੰਝੂ ਨਾ ਆਵੇ ਤੇ ਪਿਤਾ ਜਕਾਰੇ ਲਾਵੇ, ਮਤਲਬ ਸੁਣ ਕੇ ਲੂ ਕੰਡੇ ਖੜੇ ਹੋ ਜਾਂਦੇ ਨੇ। ਐਸਾ ਲਾਸਾਨੀ ਇਤਿਹਾਸ ਹੈ। ਦੇਖੋ ਜੀ, ਜੇ ਆਪਾਂ ਥੋੜਾ ਜਿਹਾ ਪਿੱਛੇ ਜਾਈਏ ਤੇ ਲਿਖਿਆ ਗਿਆ ਵਾ, ਮਤਲਬ ਸਾਰੇ ਜਾਣਦੇ ਆ, ਇਤਿਹਾਸ ਦੇ ਵਿੱਚ ਵੀ ਆ ਕਿ ਦਸ਼ਰਥ ਡਿੱਗ ਕੇ ਮਹਿਲ ਤੋਂ ਕੂਚ ਕੀਤਾ, ਜਦੋਂ ਅੱਖਾਂ ਤੋਂ ਦੂਰ ਸੰਤਾਨ ਹੋ ਗਈ। ਦਸ਼ਰਥ ਦੇ ਜਿਹੜੇ ਪੁੱਤਰ ਸੀ ਉਹ ਤੇ ਬਨਵਾਸ ਤੇ ਗਏ, ਆ ਜਾਣਾ ਪਰ ਮੋਹ ਹੁੰਦਾ ਨਾ, ਉਹ ਜਿਵੇਂ ਹੀ ਮਤਲਬ ਉਹਦੀ ਅੱਖਾਂ ਤੋਂ ਦੂਰ ਹੋਏ ਤੇ ਉਹ ਕਹਿੰਦੇ ਵੀ ਉਹਨੇ ਮਹਿਲਾਂ ਤੋਂ ਛਾਲ ਮਾਰ ਕੇ ਜਾਨ ਦੇ ਦਿੱਤੀ। ਦਸ਼ਰਥ ਡਿੱਗ ਕੇ ਮਹਿਲ ਤੋਂ ਕੂਚ ਕੀਤਾ, ਜਦੋਂ ਅੱਖਾਂ ਤੋਂ ਦੂਰ ਸੰਤਾਨ ਹੋ ਗਈ, ਮਿਰਤੂ ਅਭਿਮਨੂ ਦੀ ਸੁਣੀ ਅਰਜਨ, ਢਿੱਲੀ ਹੱਥ ਚੋਂ ਤੀਰ ਕਮਾਨ ਹੋ ਗਈ। ਅਰਜਨ ਬੜਾ ਯੋਧਾ ਮੰਨਿਆ ਜਾਂਦਾ ਹੈ, ਪਰ ਜਦੋਂ ਉਹਨੂੰ ਪਤਾ ਲੱਗਦਾ ਮੇਰਾ ਪੁੱਤਰ ਅਭਿਮਨੂ ਮਾਰਿਆ ਗਿਆ, ਉਹਨੇ ਤੀਰ ਕਮਾਨ ਸੁੱਟਤਾ। ਯੋਧਾ ਹੀ ਬਿਲਕੁਲ। ਪਰ ਇੱਧਰ ਕਲਗੀਆਂ ਵਾਲੇ ਪਾਤਸ਼ਾਹ ਵਾ, ਜਦੋਂ ਵੱਡੇ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਸ਼ਹੀਦ ਹੁੰਦੇ ਵੇਖਦੇ ਆ ਤੇ ਉਹ ਜਕਾਰਾ ਲਾ ਕੇ ਉਹਦੀ ਸ਼ਹਾਦਤ ਦਾ ਸਵਾਗਤ ਕਰਦੇ ਆ, ਔਰ ਜਕਾਰੇ ਦਾ ਜਵਾਬ ਵੀ ਦਿੰਦੇ ਨੇ। ਸਿੰਘ ਬੋਲੇ ਸੋ ਨਿਹਾਲ ਤੇ ਪਿੱਛੋਂ ਸਤਿ ਸ੍ਰੀ ਅਕਾਲ ਦਾ ਆਵਾਜ਼ਾ ਆਉਂਦਾ ਹੈ। ਪਤਾ ਹੈ ਸਾਰਿਆਂ ਨੂੰ ਕਿ ਵੱਡੇ ਸਾਹਿਬਜ਼ਾਦੇ ਨੇ ਸ਼ਹਾਦਤ ਪ੍ਰਾਪਤ ਕਰ ਲਈ ਹੈ। ਤੇ ਤੁਸੀਂ ਵੀ ਜੀ ਥੋੜਾ ਪਿੱਛੇ ਤਾਂ ਚਲੇ ਗਏ, ਜੇ ਹੁਣ ਆਪਾਂ ਥੋੜਾ ਅੱਗੇ ਆ ਜਾਈਏ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਜਿਹੜਾ ਇਤਿਹਾਸ ਹੈ ਉਸ ਤੋਂ ਅੱਗੇ ਅੱਜ ਦੀ ਜੇ ਗੱਲ ਕਰ ਲਈਏ, ਅੱਜ ਦੇ ਸਿੱਖਾਂ ਦੇ ਵਿੱਚ ਕੀ ਉਹ ਸਪਿਰਿਟ ਬਚੀ ਹੈ? ਪਿਤਾ ਪੁੱਤਰ ਦੀ ਜਿਹੜੀ ਸ਼ਹੀਦੀ ਕਰਵਾ ਸਕਦਾ ਹੈ ਜਾਂ ਫਿਰ ਪੁੱਤ ਆਪਣੇ ਪਿਤਾ ਨੂੰ ਤੋਰ ਸਕਦਾ ਹੈ? ਅੱਜ ਆਪਾਂ ਕੀ ਦੇਖ ਰਹੇ ਹਾਂ? ਦੇਖੋ ਜੀ, ਸੋਚ ਤੇ ਕਦੀ ਖਤਮ ਨਹੀਂ ਹੁੰਦੀ। ਜੋ ਗੁਰੂਆਂ ਦਾ ਦਿੱਤਾ ਰਾਹ ਵਾ, ਆਪਾਂ ਪਿਛਲੀ ਮੂਵਮੈਂਟ ਦੇਖ ਲਈਏ, ਸਿੱਖਾਂ ਨੇ ਲਗਾਤਾਰ 15 ਸਾਲ ਸੰਘਰਸ਼ ਕੀਤਾ ਆਪਣੇ ਹੱਕਾਂ ਲਈ ਜੀ, ਤੇ ਉਹਦੇ ਵਿੱਚ ਤੁਹਾਨੂੰ ਬੜੇ ਇਹੋ ਜਿਹੇ ਮੌਕੇ ਦਿਸਣਗੇ ਜਦੋਂ ਹੱਸ ਕੇ ਸਾਡੇ ਯੋਧੇ ਜਿਹੜੇ ਹੀ ਆਪਣੇ ਹੱਕਾਂ ਦੇ ਲਈ ਸ਼ਹੀਦੀਆਂ ਪ੍ਰਾਪਤ ਕਰ ਗਏ। ਇਹ ਠੀਕ ਆ, ਕੋਈ ਵੀ ਪਿਤਾ ਗੁਰੂ ਗੋਬਿੰਦ ਸਿੰਘ ਵਰਗਾ, ਸੱਚੇ ਪਾਤਸ਼ਾਹ ਵਰਗਾ ਨਹੀਂ ਹੋ ਸਕਦਾ, ਨਾ ਅਸੀਂ ਸਾਹਿਬਜ਼ਾਦਿਆਂ ਵਰਗੇ ਹੋ ਸਕਦੇ, ਪਰ ਸਾਹਿਬਜ਼ਾਦਿਆਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦੀ ਕੋਸ਼ਿਸ਼ ਜ਼ਰੂਰ ਕਰ ਸਕਦੇ। ਜੇ ਉਹਦੀ ਰਹਿਮਤ ਹੋਵੇ, ਜੇ ਉਹਦੀ ਬਖਸ਼ਿਸ਼ ਹੋਵੇ, ਤਾਂ ਜਿਹੜੇ ਆਪਣੇ ਹੈਗੇ ਨੇ ਸਤਵੰਤ ਸਿੰਘ ਹੋਣੀ, ਬੇਅੰਤ ਸਿੰਘ ਹੋਣੀ, ਭਾਈ ਹਰਜਿੰਦਰ ਸਿੰਘ, ਭਾਈ ਸੁਖਦੇਵ ਸਿੰਘ ਸੁੱਖਾ, ਇਹ ਗੁਰੂ ਦੇ ਲਾਲਾਂ ਦੇ ਪੈੜਾਂ ਤੇ ਹੀ ਚੱਲ ਰਹੇ ਆ। ਵੱਡੀ ਗੱਲ ਆ ਕਿ ਪ੍ਰਵਾਹ ਨਹੀਂ ਆ, ਪਰ ਇਹਨਾਂ ਨੂੰ ਸੇਧ ਫਿਰ ਚਮਕੌਰ ਦੀ ਗੜੀ ਤੋਂ ਹੀ ਮਿਲਦੀ ਪਈ, ਕਿਉਂਕਿ ਇਹ ਲਾਮਿਸਾਲ ਆ ਨਾ। ਸਾਹਿਬਜ਼ਾਦਾ ਅਜੀਤ ਸਿੰਘ ਸ਼ਹੀਦ ਹੋ ਗਿਆ ਜੀ, ਇੱਕ ਪੁੱਤਰ ਰਹਿ ਗਿਆ ਚੌਵਾਂ ਚੋਂ। ਸਿੱਖਾਂ ਨੇ ਫਿਰ ਬੇਨਤੀਆਂ ਹੀ ਕੀਤੀਆਂ ਨਾ, ਮਹਾਰਾਜ ਇੱਕ ਰਹਿ ਗਿਆ ਤੇ ਚਲੇ ਜਾਓ, ਪਰ ਸੱਚੇ ਪਾਤਸ਼ਾਹ ਨੇ ਆਖਿਆ ਕਿ ਨਹੀਂ, ਇੱਥੇ ਸ਼ਹੀਦ ਹੋਣਗੇ ਜੀ। ਤਾਂ ਸਾਹਿਬਜ਼ਾਦਾ ਜੁਝਾਰ ਸਿੰਘ ਜਿਹੜੇ ਆ, ਚੜ੍ਹਦੀ ਜਵਾਨੀ ਅਜੇ, ਉਹਨਾਂ ਨੂੰ ਸੱਚੇ ਪਾਤਸ਼ਾਹ ਨੇ ਵੀ ਮੈਦਾਨੇ ਜੰਗ ਦੇ ਵਿੱਚ ਤੋਰਤਾ ਜੀ। ਇੱਕੋ ਹੀ ਪੁੱਤਰ ਆ, 5 ਸਿੰਘਾਂ ਦੇ ਨਾਲ ਗਿਆ, ਬਹਾਦਰੀ ਦੇ ਨਾਲ ਡਟ ਕੇ ਲੜੇ, ਸ਼ਹੀਦ ਹੁੰਦੇ ਆ, ਜਕਾਰਾ ਵੀ ਲਾਇਆ। ਤੇ ਇਤਿਹਾਸ ਕਹਿੰਦਾ ਕਿ ਸੱਚੇ ਪਾਤਸ਼ਾਹ ਨੇ ਹੱਥ ਜੋੜ ਕੇ ਅਕਾਲ ਪੁਰਖ ਦਾ ਧੰਨਵਾਦ ਕੀਤਾ ਕਿ ਹੇ ਵਾਹਿਗੁਰੂ, ਤੇਰੀ ਅਮਾਨਤ ਜਿਹੜੀ ਆ ਧਰਮ ਤੋਂ ਫਿਦਾ ਹੋ ਗਈ ਆ ਜੀ, ਧਰਮ ਤੋਂ ਇਹ ਕੁਰਬਾਨ ਹੋ ਗਏ ਆ, ਧਰਮ ਤੋਂ ਵਾਰਤੇ ਆ, ਕਿਉਂਕਿ ਮੇਰਾ ਜਿਹੜਾ ਪੰਥ ਆ ਇਹਨਾਂ ਸ਼ਹਾਦਤਾਂ ਤੋਂ ਬਾਅਦ ਹੋਰ ਉਚਾਈਆਂ ਤੇ ਚੱਲ ਜੂਗਾ, ਹੋਰ ਚੜ੍ਹਦੀ ਕਲਾ ਦੇ ਵਿੱਚ ਚੱਲ ਜੂਗਾ। ਇਸ ਗੁਰੂ ਪੰਥ ਦੇ ਵਾਸਤੇ ਸੱਚੇ ਪਾਤਸ਼ਾਹ ਨੇ 2 ਪੁੱਤਰਾਂ ਦੀ ਸ਼ਹਾਦਤ ਨੂੰ ਪ੍ਰਵਾਨ ਕੀਤਾ, ਔਰ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਸਤਿਗੁਰੂ ਜੀ ਪ੍ਰਮਾਤਮਾ ਦਾ ਸ਼ੁਕਰ ਕਰ ਰਹੇ ਆ, ਧੰਨਵਾਦ ਕਰ ਰਹੇ ਆ। ਕੋਈ ਉਹਨਾਂ ਦੇ ਪ੍ਰਮਾਤਮਾ ਨੂੰ ਤਾਨਾ ਨਹੀਂ ਦਿੱਤਾ, ਕੋਈ ਮਿਹਣਾ ਨਹੀਂ ਦਿੱਤਾ। ਚਾਹੁੰਦੇ ਪਾਤਸ਼ਾਹ ਤੇ ਉਹ ਸਾਹਿਬਜ਼ਾਦਿਆਂ ਨੂੰ ਲੈ ਕੇ ਚਮਕੌਰ ਦੀ ਗੱਡੀ ਚੋਂ ਨਿਕਲ ਸਕਦੇ ਜੀ ਜੀ। ਇਹ ਮਿਸਾਲ ਆ, ਔਰ ਇਹਦੇ ਤੋਂ ਅੱਜ ਦੇ ਸਿੱਖਾਂ ਨੇ ਵੀ ਸੇਧ ਲੈਣੀ ਆ ਕਿ ਪੰਥ ਜਿਹੜਾ, ਪੰਥ ਵਾਸਤੇ ਗੁਰੂ ਪਾਤਸ਼ਾਹ ਨੇ ਚਮਕੌਰ ਦੀ ਗੜੀ 'ਚ ਅੱਖਾਂ ਦੇ ਸਾਹਮਣੇ 2 ਪੁੱਤ ਸ਼ਹੀਦ ਕਰਾਏ, 2 ਸਰਹੰਦ ਦੀਆਂ ਦੀਵਾਰਾਂ 'ਚ। ਪੰਥ ਦੇ ਵਾਸਤੇ ਪੰਥ ਵੱਡਾ ਹੈ। ਕੋਈ ਬੰਦਾ ਅੱਜ ਦੀ ਤਰੀਕ 'ਚ
ਕੋਈ ਵੀ ਆਪਣੇ ਆਪ ਨੂੰ ਦਾਅਵਾ ਕਰੇ ਵੱਡਾ ਨਹੀਂ ਆ, ਉਹ ਹੀ ਸਿੱਖਾਂ ਦਾ ਸ਼ੁਭ ਚਿੰਤਕ ਆ, ਆਗੂ, ਲੀਡਰ, ਜਿਹੜਾ ਪਹਿਲ ਪੰਥ ਨੂੰ ਦਵੇ ਨਾ ਕਿ ਨਿੱਜ ਨੂੰ ਦਵੇ। ਬਿਲਕੁਲ। ਜੇ ਗੁਰੂ ਸਾਹਿਬ ਆਪਣੇ ਪੁੱਤ ਆਪਣੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਕਰਵਾ ਸਕਦੇ ਪੰਥ ਵਾਸਤੇ, ਅੱਜ ਕਿਸੇ ਨੂੰ ਹੱਕ ਨਹੀਂ ਹੈਗਾ ਕਿ ਉਹ ਆਪਣੀ ਔਲਾਦ ਦੇ ਵਾਸਤੇ ਪੰਥ ਦੀਆਂ ਰਵਾਇਤਾਂ, ਪੰਥ ਦੀਆਂ ਪਰੰਪਰਾਵਾਂ ਤੇ ਪੰਥ ਦਾ ਜਿਹੜਾ ਮਾਣਮੱਤਾ ਇਤਿਹਾਸ ਆ ਉਹਨੂੰ ਇੱਕ ਪਾਸੇ ਰੱਖ ਕੇ ਆਪਣੇ ਨਿੱਜੀ ਪਰਿਵਾਰ ਨੂੰ ਕਵੇ ਮੈਂ ਅੱਗੇ ਵਧਾਉਣਾ। ਤੁਸੀਂ ਵੇਖੋ ਨਾ। ਬਿਲਕੁਲ। ਤੇ ਅੱਜ ਜ਼ਿਆਦਾਤਰ ਮੈਨੂੰ ਲੱਗਦਾ ਵੀਰ ਜੀ ਇਹੀ ਹੋ ਰਿਹਾ ਹੈ। ਇਹ ਦੁਖਦਾਈ ਹੈ ਕਿ ਜ਼ਿਆਦਾਤਰ ਲੀਡਰ ਆਪਾਂ ਕਹਿ ਸਕਦੇ ਹਾਂ ਪੰਥ ਦੇ ਲੀਡਰ ਜਾਂ ਫਿਰ ਜਿਹੜੇ ਪੰਥਕ ਚਿਹਰੇ ਨੇ, ਜਿਹੜੇ ਸਿਆਸਤ ਦੇ ਵਿੱਚ ਵੀ ਜਾਂਦੇ ਨੇ, ਉਹਨਾਂ ਲਈ ਤਾਂ ਨਿੱਜ ਭਾਰੂ ਹੋਇਆ ਪਿਆ ਨਾ। ਨਿੱਜ ਵੀ ਇਸ ਹੱਦ ਤੱਕ ਭਾਰੂ ਆ ਜੀ ਵੀ ਜਦੋਂ ਤੇ ਇੱਥੇ ਹੱਕਾਂ ਦੀ ਗੱਲ ਚੱਲ ਰਹੀ, ਹਾਂਜੀ, ਇਹਨਾਂ ਬਹੁਤਿਆਂ ਨੇ ਆਪਣੇ ਪੁੱਤਰ, ਆਪਣੇ ਪਰਿਵਾਰ ਦੇ ਬੱਚੇ ਪੜ੍ਹਨ ਲਈ ਵਿਦੇਸ਼ਾਂ 'ਚ ਭੇਜਤੇ। ਜਿਵੇਂ ਹੀ ਇੱਥੇ ਇਹਨਾਂ ਲੋਕਾਂ ਨੇ ਗਦਾਰੀਆਂ ਕੀਤੀਆਂ, ਮਤਲਬ ਆਪਾਂ ਕਹਿੰਦੇ ਨਾ ਵੀ ਜਦੋਂ ਸ਼ਮਸ਼ਾਨ ਘਾਟ ਦੇ ਵਿੱਚ ਅੱਗ ਲੱਗਦੀ ਤੇ ਉਸ ਤੋਂ ਬਾਅਦ ਜਿਹੜੀ ਸ਼ਾਂਤੀ ਹੁੰਦੀ, ਜਿਹਨੂੰ ਇਹ ਸ਼ਾਂਤੀ ਕਹਿੰਦੇ, ਉਹ ਵਾਲੀ ਸ਼ਾਂਤੀ ਜਿਹਨੂੰ ਇਹ ਕਹਿੰਦੇ, ਉਹ ਜਦੋਂ ਆਈ ਫਿਰ ਇਹਨਾਂ ਨੇ ਇੱਥੇ ਉਹਨਾਂ ਨੂੰ ਲਿਆਂਤਾ। ਫਿਰ ਇਹ ਚਾਹੁੰਦੇ ਵੀ ਰਾਜ ਗੱਦੀਆਂ ਇਹਨਾਂ ਨੂੰ ਮਿਲਣ। ਇਹਨਾਂ ਨੂੰ ਚੇਤੇ ਰੱਖਣਾ ਚਾਹੀਦਾ ਵੀ ਜੇ ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਪੰਥ ਆ, ਜਿਹਦੇ ਵਿੱਚ ਸੱਚੇ ਪਾਤਸ਼ਾਹ ਨੇ ਪੁੱਤ ਸ਼ਹੀਦ ਕਰਵਾਏ ਅੱਖਾਂ ਦੇ ਸਾਹਮਣੇ, ਜੇ ਇਹ ਗੁਰੂ ਪਿਤਾ ਦੇ ਸਿਧਾਂਤ ਤੋਂ ਥਿੜਕਣਗੇ ਤੇ ਹਾਲ ਇਹਨਾਂ ਦਾ ਬੁਰਾ ਹੋਣਾ। ਔਰ ਆਪਾਂ ਦੇਖ ਰਹੇ ਹਾਂ ਕੀ ਹਾਲ ਆ, ਕਿਉਂਕਿ ਜੇ ਅਸੀਂ ਪੰਥ ਨੂੰ ਛੱਡ ਕੇ ਨਿੱਜ ਨੂੰ ਪਹਿਲ ਦੇਵਾਂਗੇ ਅਸੀਂ ਫਿਰ ਖਤਮ ਹੋ ਜਾਾਂਗੇ। ਕੋਈ ਕਿੱਡਾ ਵੱਡਾ ਵੀ ਆ ਉਹ ਮਿੱਟੀ 'ਚ ਮਿਲ ਜਾਂਦਾ। ਤਾਂ ਇਹਨਾਂ ਨੂੰ ਜ਼ਰੂਰ ਸੋਚਣਾ ਚਾਹੀਦਾ, ਆਗੂਆਂ ਨੂੰ ਵੀ। ਪੰਥ ਦੀ ਗੱਲ ਕਰੀਏ, ਪੰਥ ਆ ਤੇ ਅਸੀਂ ਆ। ਬਿਲਕੁਲ। ਔਰ ਆਪਣੇ ਸਾਹਮਣੇ ਹੁੰਦਾ ਹੈ ਕਿ ਜੇ ਅਸੀਂ ਆਪਣੇ ਆਪ ਬਾਰੇ ਸੋਚਦੇ ਹਾਂ, ਜਿਹੜੇ ਵੀ ਲੀਡਰਾਂ ਨੇ ਆਪਣੇ ਆਪ ਬਾਰੇ ਸੋਚਿਆ, ਇੱਥੇ ਹੀ ਖਤਮ ਹੋ ਜਾਂਦਾ ਰਿਹਾ ਸਾਰਾ ਕੁਝ, ਆਪਣੇ ਸਾਹਮਣੇ ਹੀ ਹੋ ਜਾਂਦਾ ਹੈ। ਪਤਾ ਨਹੀਂ ਐਸਾ ਕੀ ਲਾਲਚ ਹੈ ਜਿਹੜਾ, ਚਲੋ ਗੁਰੂ ਸਾਹਿਬ ਸਭ ਨੂੰ ਸਮੱਤ ਬਖਸ਼ਣ। ਤੇ ਵੀਰ ਜੀ ਫਿਰ ਉਸ ਤੋਂ ਬਾਅਦ ਦੋਵੇਂ ਸਾਹਿਬਜ਼ਾਦੇ ਸ਼ਹੀਦ ਹੋ ਜਾਂਦੇ ਨੇ, ਕਿਉਂਕਿ ਜੇ 5-5 ਦੇ ਜਥੇ ਗਏ ਨੇ ਤਾਂ 40 ਸਿੰਘ 2 ਸਾਹਿਬਜ਼ਾਦੇ 8 ਜਥੇ ਨੇ ਜਿਹੜੇ ਉਹ ਬਣੇ ਹੋਣਗੇ। ਤੇ ਕਿੰਨੇ ਕੁ ਦੁਸ਼ਮਣ ਦੀਆਂ ਕਿੰਨੀਆਂ ਕੁ ਫੌਜਾਂ ਨੇ ਜਿਹੜੀਆਂ ਉਹਨਾਂ ਨੂੰ ਖਤਮ ਕਰਕੇ ਸ਼ਹੀਦੀਆਂ ਪਾਈਆਂ, ਗਿਣਤੀ ਕੋਈ ਮਿਲਦੀ ਹੈ? ਨਹੀਂ ਜੀ, ਗਿਣਤੀ ਮਿਣਤੀ ਤੇ ਹੋ ਹੀ ਨਹੀਂ ਸਕਦੀ। ਇੰਨੇ ਜ਼ਿਆਦਾ ਹੀ ਮਾਰਤੇ ਵੀ ਗਿਣਤੀ ਹੋ ਹੀ ਨਹੀਂ ਸਕਦੀ, ਇੰਨੇ ਜ਼ਿਆਦਾ ਖਤਮ ਕੀਤੇ। ਤੁਸੀਂ ਵੇਖੋ, ਇੱਕ ਪੂਰਾ ਦਿਨ 10 ਲੱਖ ਫੌਜ ਦਾ ਡਟ ਕੇ ਮੁਕਾਬਲਾ ਕਰਨਾ, ਔਰ ਪੂਰਾ ਦਿਨ ਜੇ ਲੜਾਈ ਹੋਈ ਆ ਜੇ ਸਾਡੇ 40-42 ਸ਼ਹੀਦ ਹੋਏ ਆ ਤੇ ਉੱਥੇ ਤੇ ਲਾਸ਼ਾਂ ਦੀਆਂ ਢੇਰੀਆਂ ਹੀ ਲੱਗੀਆਂ ਹੋਣਗੀਆਂ। ਬਿਲਕੁਲ। ਔਰ ਇਸੇ ਗੱਲੋਂ ਉਹ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਵੀ ਹੁਣ ਤੇ ਤਹਿਸ ਨਹਿਸ ਹੀ ਕਰ ਦੋ। ਬਿਲਕੁਲ। ਔਰ 1.25 ਲੱਖ ਸੇ ਇੱਕ ਲੜਾਉਣ ਵਾਲਾ ਉੱਥੇ ਦੇਖਿਆ ਗਿਆ। ਮਤਲਬ ਲੋਕੀ ਤੇ ਕਹਿੰਦੇ ਨਾ ਵੀ ਏਦਾਂ ਹੋ ਨਹੀਂ ਸਕਦਾ। ਉਹ ਚਮਕੌਰ ਦੀ ਗੜੀ 'ਚ ਜਾ ਕੇ ਸਾਡਾ ਇਤਿਹਾਸ ਪੜ੍ਹ ਲੈਣ, ਤਵਾਰੀਖ ਨੂੰ ਵੇਖ ਲੈਣ। ਸੱਚੇ ਪਾਤਸ਼ਾਹ ਨੇ ਸਿਰਫ ਆਖਿਆ ਹੀ ਨਹੀਂ ਆ, ਪ੍ਰੈਕਟੀਕਲ ਕਰਕੇ ਦਿੱਤਾ, ਦਿਖਾਇਆ ਕਿ 10 ਲੱਖ ਦੇ ਨਾਲ ਜੇ ਇੰਨੇ ਲੜ ਗਏ ਤੇ ਸਿੰਘ ਲੜ ਸਕਦੇ ਆ, ਕੋਈ ਗੱਲ ਹੀ ਨਹੀਂ ਹੈਗੀ। ਬਿਲਕੁਲ। ਔਰ ਉਹਦੇ ਤੋਂ ਬਾਅਦ ਵੀ ਵੇਖੋ, ਜਦੋਂ ਫਿਰ ਆਪਾਂ ਪੰਥ ਦੀ ਗੱਲ ਇੱਥੇ ਆ ਜਾਣੀ ਹੈ, ਜਦੋਂ ਫਿਰ ਸੱਚੇ ਪਾਤਸ਼ਾਹ ਰਹਿ ਗਏ ਤਾਂ ਉਹ ਤਿਆਰ ਹੋ ਰਿਹਾ ਸੀ ਮੈਦਾਨੇ ਜੰਗ 'ਚ ਜਾਣ ਨੂੰ। ਫਿਰ ਪੰਥ ਨੇ ਫੈਸਲਾ ਕੀਤਾ, ਭਾਈ ਦਇਆ ਸਿੰਘ ਹੋਣਾ ਨੇ, ਕਿ ਗੁਰੂ ਸਾਹਿਬ ਨੇ ਜਦੋਂ ਖੰਡੇ ਬਾਟੇ ਦੀ ਪੌਲ ਸਾਨੂੰ ਪਹਿਲਾਂ ਦਿੱਤੀ, ਬਸ ਸਾਡੇ ਕੋਲੋਂ ਲਈ ਆ, ਤੇ ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਬਣੇ ਆ। ਉਦੋਂ ਇਹਨਾਂ ਨੇ ਆਖਿਆ ਸੀ ਵੀ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੂੰ ਨਿਵਾਸ, ਜਾਂ ਫਿਰ ਖਾਲਸਾ ਮੇਰੋ ਪਿੰਡ ਪ੍ਰਾਨ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰਾ ਸਤਿਗੁਰ ਪੂਰਾ, ਖਾਲਸਾ ਮੇਰੋ ਸਾਜਣ ਸੂਰਾ। ਤੋ ਖਾਲਸੇ ਨੂੰ ਗੁਰੂ ਆਖਿਆ, ਗੁਰੂ ਪੰਥ ਦਾ ਸੰਕਲਪ ਆ ਇੱਥੇ। ਹਾਂਜੀ। ਤੋ ਫਿਰ ਪੰਜਾਂ ਨੇ ਪੰਥ ਰੂਪ ਦੇ ਵਿੱਚ ਸੱਚੇ ਪਾਤਸ਼ਾਹ ਨੂੰ ਹੁਕਮ ਕੀਤਾ ਕਿ ਸੱਚੇ ਪਾਤਸ਼ਾਹ ਤੁਹਾਨੂੰ ਪੰਥ ਹੁਕਮ ਕਰਦਾ ਕਿ ਚਮਕੌਰ ਦੀ ਗੜੀ ਨੂੰ ਖਾਲੀ ਕਰਕੇ ਚੱਲ ਜਾਓ। ਸੱਚੇ ਪਾਤਸ਼ਾਹ ਨੇ ਪੰਥ ਦਾ ਹੁਕਮ ਮੋੜਿਆ ਨਹੀਂ ਆ ਜੀ। ਅੱਜ ਬੜੇ ਬਣੇ ਫਿਰਦੇ ਆ, ਚੈਲੰਜ ਕਰ ਰਹੇ ਆ ਸਾਡੀਆਂ ਰਵਾਇਤਾਂ ਨੂੰ, ਤਖਤ ਸਾਹਿਬ ਦੀ ਮਰਿਆਦਾ ਨੂੰ, ਮਾਣ ਮਰਿਆਦਾ ਨੂੰ। ਇਹਨਾਂ ਨੂੰ ਇਹ ਚੇਤੇ ਰੱਖਣਾ ਚਾਹੀਦਾ ਵੀ ਇਹ ਕੁਝ ਵੀ ਨਹੀਂ ਆ। ਪੰਥ ਵੱਡਾ, ਪੰਥ ਹੀ ਵੱਡਾ ਰਹਿਣਾ। ਬਿਲਕੁਲ। ਜਿਸ ਪੰਥ ਦਾ ਹੁਕਮ ਸੱਚੇ ਪਾਤਸ਼ਾਹ ਮੰਨਦੇ ਆ ਤੇ ਆਮ ਬੰਦਾ ਹੈ ਕੀ ਆ। ਬਿਲਕੁਲ। ਸੱਚੇ ਪਾਤਸ਼ਾਹ ਨੇ ਹੁਕਮ ਪ੍ਰਵਾਨ ਕੀਤਾ। ਹਾਂਜੀ। ਤੇ ਤਵਾਰੀਖ ਦੇ ਵਿੱਚ ਲਿਖਿਆ ਵਾ ਕਿ ਸੱਚੇ ਪਾਤਸ਼ਾਹ ਤਾੜੀ ਮਾਰ ਕੇ ਗਏ। ਗੁਰਦੁਆਰਾ ਸ਼੍ਰੀ ਤਾੜੀ ਸਾਹਿਬ, ਚਮਕੌਰ ਸਾਹਿਬ। ਇੱਕ ਪਾਸੇ ਉਹਨਾਂ ਨੇ ਚਮਕੌਰ ਦੀ ਗੜੀ ਛੱਡਣ ਤੋਂ ਪਹਿਲਾਂ ਸੱਚੇ ਪਾਤਸ਼ਾਹ ਵਰਗੀ ਡੀਲ ਡੋਲ ਹੀ ਭਾਈ ਸੰਗਤ ਸਿੰਘ ਦੀ, ਜੋ ਤਵਾਰੀਖ 'ਚ ਲਿਖਿਆ ਜੀ। ਉਹਨਾਂ ਦੇ ਸੀਸ ਦੇ ਉੱਤੇ ਕਲਗੀ ਤੇ ਤੋੜਾ ਸਜਾਇਆ, ਸੱਚੇ ਪਾਤਸ਼ਾਹ ਵਰਗੀ ਉਹਨੇ ਪੋਸ਼ਾਕ ਪਾਈ, ਉਹ ਉੱਪਰ ਬੈਠ ਗਏ। ਇੱਕ ਪਾਸੇ ਉਹਨਾਂ ਨੇ ਤਾੜੀ ਮਾਰੀ, ਪੀਰੇ ਹਿੰਦ ਮੈਂ ਰਵੱਧ, ਸਿੱਖਾਂ ਦਾ ਗੁਰੂ ਜਾ ਰਿਹਾ, ਰੋਕ ਸਕਦੇ ਹੋ ਤੇ ਰੋਕ ਲਓ। ਇੱਕ ਪਾਸੇ ਭਾਈ ਦਇਆ ਸਿੰਘ ਨੇ ਤਾੜੀ ਮਾਰੀ, ਪੀਰੇ ਹਿੰਦ ਮੈਂ ਰਵੱਧ,
ਇੱਕ ਪਾਸੇ ਭਾਈ ਮਾਨ ਸਿੰਘ ਤਾੜੀ ਮਾਰਦੇ ਆ, ਇੱਕ ਪਾਸੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਤਾੜੀ ਮਾਰ ਕੇ ਜਾਂਦੇ ਆ ਵੀ ਸਿੱਖਾਂ ਦਾ ਗੁਰੂ ਜਾ ਰਿਹਾ, ਰੋਕ ਸਕਦੇ ਹੋ, ਰੋਕ ਦਿਓ। ਲੋਕੀ ਨਹੀਂ ਗਏ, ਤਾੜੀ ਮਾਰ ਕੇ ਗਏ ਔਰ ਸੱਚੇ ਪਾਤਸ਼ਾਹ ਚੱਲ ਗਏ। ਔਰ ਜਦੋਂ ਜਾ ਰਿਹਾ ਸੀ ਨਾ, ਇਹ ਸਾਡੇ ਕੌਮ ਦੇ ਆਗੂਆਂ ਨੂੰ, ਜਿਹੜੇ ਅੱਜ ਸੋ ਕਾਲਡ ਆਪਣੇ ਆਪ ਨੂੰ ਪੰਥਕ ਕਹਿ ਰਹੇ ਆ, ਇਹਨਾਂ ਨੂੰ ਚਮਕੌਰ ਦੀ ਗੜੀ ਦਾ ਜਿਹੜਾ ਵਾਕਿਆ ਇਹ ਚੇਤੇ ਰੱਖਣਾ ਚਾਹੀਦਾ। ਜੀ ਵੇਖੋ, ਸੱਚੇ ਪਾਤਸ਼ਾਹ ਜਦੋਂ ਜਾ ਰਿਹਾ ਸੀ ਨਾ, ਤੇ ਇਤਿਹਾਸਕਾਰਾਂ ਨੇ ਲਿਖਿਆ ਕਿ ਭਾਈ ਦਇਆ ਸਿੰਘ ਮਗਰ ਸੀ, ਤੇ ਉਹ ਜਦੋਂ ਜਾ ਰਿਹਾ ਸੀ ਤੇ ਭਾਈ ਦਇਆ ਸਿੰਘ ਦੇ ਕਹਿੰਦੇ ਪੈਰ ਨੂੰ ਠੋਕਰ ਵੱਜੀ, ਦੇਖਿਆ ਤੇ ਸਾਹਿਬਜ਼ਾਦਿਆਂ ਦੀਆਂ ਲਾਸ਼ਾਂ ਪਈਆਂ, ਅਰਥੀਆਂ ਪਈਆਂ, ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ। ਹੁਣ ਗੁਰੂ ਦਾ ਸਿੱਖ ਆ ਨਾ, ਉਹ ਸਿੱਖ ਦੀ ਭਾਵਨਾ ਵਾ। ਭਾਈ ਦਇਆ ਸਿੰਘ ਦੇ ਕੋਲੋਂ ਰਿਹਾ ਨਹੀਂ ਗਿਆ ਤੇ ਉਹ ਆਪਣਾ ਕਮਰ ਕੱਸਾ ਖੋਲ ਕੇ ਤੇ ਸਾਹਿਬਜ਼ਾਦਿਆਂ ਦੇ ਉੱਤੇ ਪਾਉਣ ਲੱਗੇ। ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਖਿਆ ਵੀ ਕਾਹਤੋਂ ਰੋਕ ਕੇ ਇਹਨੂੰ ਨਾ, ਸਾਰੇ ਨੂੰ ਕਿਸੇ ਕਵੀ ਨੇ ਬੜਾ ਸੋਹਣਾ ਕਲਮਬੰਦ ਕੀਤਾ, ਗੱਲਬਾਤ ਕਰਾਈ ਜੀ। ਸੁਣ ਕਰ ਜਦੋਂ ਭਾਈ ਦਇਆ ਸਿੰਘ ਨੂੰ ਸੱਚੇ ਪਾਤਸ਼ਾਹ ਪੁੱਛਦੇ ਆ ਕਿ ਕਿਉਂ ਰੋਗਿਆ, ਕਹਿੰਦਾ ਮਹਾਰਾਜ ਜੇ ਇਹ ਆਨੰਦਪੁਰ ਸਾਹਿਬ ਸ਼ਹੀਦ ਹੋਏ ਹੁੰਦੇ ਤੇ ਕੀਮਤੀ ਦੁਸ਼ਾਲੇ ਇਹਨਾਂ ਦੇ ਉੱਤੇ ਅਰਪਣ ਹੋਣੇ। ਦੁਨੀਆ ਦੇ ਵਿੱਚ ਕੋਈ ਇਹੋ ਜਿਹਾ ਬਾਪ ਨਹੀਂ ਆ ਜਦੋਂ ਉਹਦਾ ਪੁੱਤ ਚੜ੍ਹਾਈ ਕਰ ਜੇ ਤੇ ਉਹ ਆਪਣੇ ਪੁੱਤ ਦੀ ਲਾਸ਼ ਤੇ ਕਫਨ ਵੀ ਨਾ ਪਾਵੇ। ਉਹਨੇ ਆਖਿਆ ਮਹਾਰਾਜ ਮੈਂ ਕਮਰ ਕੱਸਾ ਖੋਲ ਕੇ ਤੇ ਕਫਨ ਪਾਉਣ ਲੱਗਾ। ਸੱਚੇ ਪਾਤਸ਼ਾਹ ਨੇ ਸਾਰੀ ਗੱਲ ਸੁਣੀ ਤੇ ਉਹਨਾਂ ਨੇ ਫਿਰ ਜਵਾਬ ਦਿੱਤਾ, ਸੁਣ ਕਰ ਬਾਤ ਗੁਰੂ ਜੀ ਬੋਲੇ, ਕਹਿਣ ਲੱਗੇ ਸੁਣ ਗੁਰ ਸਿੱਖਾ, ਧਰਮ ਕੀ ਰਾਹ पे जो है मरते, नहीं कफन उनकी किस्मत में लिखा, शहीद के मुंह पे कफन का पर्दा, शहादत का दस्तूर नहीं है, केवल मेरा बेटा कफन में लेटे, जय मुझको मंजूर नहीं है। फिर उत्थे बड़े शहीद होए न सिंह, उन्हां वल वेख के सच्चे पातशाह ने आख्या, और भी कितने लाल है मेरे, जिन्होंने जहां शहीदी पाई, पुरजा पुरजा कट मरे, लेकिन ना दुश्मन को पिठ दिखलाई, फिर एक के साथ प्यार जताना, जय कहीं का इंसाफ नहीं है, बेटों बेटों में जो फर्क समझे, ऐसा भी कोई बाप नहीं है। ਅਸੀਂ ਐਵੇਂ ਨਹੀਂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੂੰ ਪਿਓ ਕਹਿੰਦੇ ਆਪਣਾ, ਪਿਤਾ ਕਹਿੰਦੇ, ਔਰ ਉਹਨਾਂ ਨੇ ਪਿਤਾ ਬਣ ਕੇ ਦਿਖਾਇਆ ਨਾ, ਕੋਈ ਫਰਕ ਨਹੀਂ ਕੀਤਾ। ਮੈਂ ਪ੍ਰੋਫੈਸਰ ਪ੍ਰੀਤਮ ਸਿੰਘ ਹੁਣਾਂ ਦੀ ਕਿਤਾਬ ਪੜ੍ਹ ਰਿਹਾ ਸੀ, 10ਵਾਂ ਗੁਰੂ ਨਾਨਕ ਜੀ। ਉਹਦੇ 'ਚ ਉਹਨਾਂ ਨੇ ਇੱਕ ਗੱਲ ਕੋਟ ਕੀਤੀ ਆ ਵੀ ਜਦੋਂ ਚੀਨ ਦੇ ਨਾਲ ਲੜਾਈ ਲੱਗੀ ਤੇ ਪੰਡਿਤ ਜਵਾਹਰ ਲਾਲ ਨਹਿਰੂ ਨੇ ਨਾਅਰਾ ਦਿੱਤਾ, ਜਵਾਨੋ ਸਰਹੰਦਾਂ ਤੇ ਚੱਲੋ, ਤੁਹਾਡੀ ਬੜੀ ਲੋੜ ਆ। ਤੇ ਉਹ ਕਹਿੰਦੇ ਵੀ ਉਹਦੇ ਘਰੇ 2 ਜਵਾਨ, ਉਹਦੀ ਧੀ ਦੇ ਪੁੱਤ ਰਾਜੀਵ ਗਾਂਧੀ ਤੇ ਸੰਜੇ ਗਾਂਧੀ ਬੈਠੇ। ਉਹਨੇ ਬਾਹਰ ਦੇ ਲੋਕਾਂ ਨੂੰ ਨਾਅਰਾ ਦਿੱਤਾ ਵੀ ਜਵਾਨੋ ਬਾਰਡਰ ਤੇ ਚੱਲੋ, ਸਰਹੰਦਾਂ ਤੇ ਚੱਲੋ, ਹੱਦਾਂ ਤੇ ਚੱਲੋ, ਬੜੀ ਲੋੜ ਆ। ਉਹ ਘਰ 'ਚ ਜਿਹੜੇ ਜਵਾਨ ਉਹਦੇ 2 ਦੋਤਰੇ, ਉਹਨਾਂ ਨੂੰ ਨਹੀਂ ਆਖਿਆ ਵੀ ਤੁਸੀਂ ਬਾਰਡਰ ਤੇ ਚੱਲੋ। ਜੇ ਤੋਰ ਦਿੰਦੇ ਤੇ ਸ਼ਾਇਦ ਹੋਰ ਜੋਸ਼ ਆ ਜਾਂਦਾ ਤੇ ਚਾਈਨਾ ਤੋਂ ਜਿੱਤ ਹੀ ਜਾਂਦੇ। ਮਤਲਬ ਪਰ ਬੜੀ ਵੱਡੀ ਗੱਲ ਹੈ ਨਾ, ਉਹ ਨਹੀਂ ਤੋਰੇ, ਕੋਈ ਵੀ ਨਹੀਂ ਤੋਰਦਾ ਅੱਜ, ਮਤਲਬ ਕੋਈ ਤੋਰਦਾ। ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਹੱਥੀਂ ਪੁੱਤ ਤੋਰੇ, ਅੱਖਾਂ ਦੇ ਸਾਹਮਣੇ ਸ਼ਹੀਦ ਕਰਵਾਏ, ਰੱਬ ਦਾ ਸ਼ੁਕਰ ਕੀਤਾ। ਉਹਦੇ ਤੋਂ ਬਾਅਦ ਜੇ ਸਿੱਖ ਕਹਿੰਦਾ ਕਫਨ ਪਾਉਣਾ ਤੇ ਕਹਿੰਦੇ ਨਹੀਂ, ਜੇ ਇਹਨਾਂ ਗੁਰੂ ਦੇ ਬਾਕੀ ਸਿੰਘਾਂ ਪੁੱਤਰਾਂ ਤੇ ਤੇਰੇ ਕੋਲ ਕਫਨ ਪਾਉਣ ਲਈ ਹੈਗਾ ਤੇ ਤਾਂ ਪਾਈ, ਵਿਤਕਰਾ ਨਹੀਂ ਕਰਨਾ। ਅੱਜ ਦੇ ਜਿਹੜੇ ਆਗੂ ਆ ਇਹ ਕੀ ਕਰਨਗੇ? ਅੱਜ ਆਪਾਂ ਵੇਖਦੇ ਪੰਥ ਨੂੰ ਘੇਰਿਆ ਗਿਆ, ਸਾਨੂੰ ਉਹ ਸ਼ਕਤੀਆਂ ਲਲਕਾਰ ਰਹੀਆਂ ਵਾ ਜਿਹੜੀਆਂ ਥਰ-ਥਰ ਕੰਬਦੀਆਂ ਸੀ ਸਿੱਖਾਂ ਤੋਂ। ਪਰ ਕਿਉਂ? ਕਿਉਂਕਿ ਸਾਡੇ ਜਿਹੜੇ ਆਗੂ ਆ ਇਹ ਗੁਰੂ ਪੰਥ ਦੇ ਰਾਹ ਤੋਂ ਭਟਕ ਗਏ। ਸਵਾਰਥ ਆ ਗਿਆ, ਖੁਦਗਰਜੀ ਆ ਗਈ, ਬੇਈਮਾਨੀ, ਲਾਲਚ, ਇਹਨਾਂ ਨੂੰ ਪੰਥ ਹੀ ਭੁੱਲ ਗਿਆ, ਪੰਥ ਸ਼ਬਦ ਭੁੱਲ ਗਿਆ ਇਹਨਾਂ ਨੂੰ। ਮੌਕਾ ਪ੍ਰਸਤ ਕਦੀ ਕਦੀ ਬੋਲ ਲੈਣਗੇ। ਇਹਨਾਂ ਨੂੰ ਚੇਤੇ ਰੱਖਣਾ ਚਾਹੀਦਾ, ਖੁਦਗਰਜੋ ਤੇ ਬੇਈਮਾਨੋ ਆਗੂਓ, ਸੱਚੇ ਪਾਤਸ਼ਾਹ ਨੇ ਪੰਥ ਦੀਆਂ ਨੀਹਾਂ 'ਚ ਪੁੱਤਰ ਸ਼ਹੀਦ ਕਰਵਾਏ ਆ, ਪਾਏ ਆ, ਕਫਨ ਤੱਕ ਨਹੀਂ ਪਾਇਆ। ਤੇ ਤੁਸੀਂ ਜੇ ਇਸ ਪੰਥ ਨੂੰ ਧੋਖਾ ਦਿਓਗੇ ਤੁਹਾਡਾ ਕੱਖ ਨਹੀਂ ਰਹਿਣਾ, ਨਾਸ਼ ਹੋਵੋਗੇ ਤੁਸੀਂ। ਕਿਉਂਕਿ ਮਹਾਰਾਜ ਉੱਥੇ ਛੱਡ ਗਏ ਨਾ, ਉਹਨਾਂ ਨੇ ਕਿਹਾ ਵੀ ਇਹ ਮੇਰੇ ਸਾਹਿਬਜ਼ਾਦਿਆਂ, ਮੇਰੇ ਪੁੱਤਰਾਂ ਦੇ, ਮੇਰੇ ਸਿੰਘਾਂ ਦੇ ਸਰੀਰਾਂ ਦੇ ਮਾਸ ਨੂੰ ਇੱਲਾਂ ਤੇ ਗਿਰਜਾਂ ਜਦੋਂ ਸਮਾਨ 'ਚ ਖੜਨਗੀਆਂ, ਜਿੰਨਾ ਉੱਚਾ ਖੜਨਗੀਆਂ ਮੇਰੇ ਪੰਥ ਦਾ ਝੰਡਾ ਉੱਚਾ ਹੋਊ। ਜਿੰਨੀਆਂ ਕੀੜੀਆਂ ਇਹ ਮੇਰੇ ਸਾਹਿਬਜ਼ਾਦਿਆਂ, ਸਿੰਘਾਂ ਪੁੱਤਰਾਂ ਦੇ ਖੂਨ ਨੂੰ, ਉਹਨਾਂ ਦੇ ਮਾਸ ਨੂੰ
ਜ਼ਮੀਨ ਤੇ ਖੜਨਗੀਆਂ, ਪੰਥ ਦੀਆਂ ਜੜ੍ਹਾਂ ਮਜ਼ਬੂਤ ਹੋਣਗੀਆਂ। ਜਿਸ ਪੰਥ ਦੀਆਂ ਜੜ੍ਹਾਂ 'ਚ ਸੱਚੇ ਪਾਤਸ਼ਾਹ ਦੇ ਲਾਲਾਂ ਦਾ ਖੂਨ ਆ, ਉਹ ਪੰਥ ਨੂੰ ਕੋਈ ਖਤਮ ਨਹੀਂ ਕਰ ਸਕਦਾ। ਆਗੂਆਂ ਨੇ ਜਿੰਨੀ ਗਦਾਰੀ ਕਰਨੀ ਭਾਵੇਂ ਕਰੀ ਜਾਣ, ਬਿਲਕੁਲ। ਪਰ ਧੰਨ ਆ ਸੱਚੇ ਪਾਤਸ਼ਾਹ, ਪੰਥ ਦਾ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਜਿਹੜੇ ਪੁੱਤਰ ਸ਼ਹੀਦ ਕਰਵਾ ਕੇ ਵੀ ਚੜ੍ਹਦੀ ਕਲਾ ਦੇ ਨਾਲ ਚਮਕੌਰ ਦੀ ਗੜੀ ਤੋਂ ਪੰਥ ਦਾ ਹੁਕਮ ਮੰਨ ਕੇ ਅੱਗੇ ਚਲੇ ਗਏ ਨੇ। ਬਿਲਕੁਲ। ਸੋ ਬਹੁਤ ਹੀ ਲਾਸਾਨੀ ਇਤਿਹਾਸ ਹੈ। ਜਿਵੇਂ ਵੀਰ ਜੀ ਨੇ ਕਿਹਾ ਕਿ ਸਾਨੂੰ ਬਹੁਤ ਕੁਝ ਸਿੱਖਣ ਦੀ ਲੋੜ ਹੈ। ਕੱਲੀ ਚਮਕੌਰ ਦੀ ਜੰਗ ਹੈਗੀ ਹੈ ਜਿਹੜੀ, ਉਹ ਪੰਥ ਦੀ ਚੜ੍ਹਦੀ ਕਲਾ ਕਰਨ ਦੇ ਲਈ ਕਾਫੀ ਹੈਗੀ ਹੈ, ਔਰ ਇੱਥੋਂ ਅਸੀਂ ਸੇਧ ਲੈਣੀ ਹੈ ਚਮਕੌਰ ਦੀ ਜੰਗ ਤੋਂ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਜੀਵਨ ਅਸੀਂ ਇਹ ਬਹਾਨੇ ਲਾ ਕੇ ਸ਼ਾਇਦ ਛੱਡ ਦਿੰਦੇ ਹਾਂ ਕਿ ਗੁਰੂ ਸਾਹਿਬ ਵਰਗੇ ਤਾਂ ਅਸੀਂ ਬਣ ਨਹੀਂ ਸਕਦੇ, ਸਾਹਿਬਜ਼ਾਦਿਆਂ ਦੇ ਪੈਰਾਂ ਦੀ ਮਿੱਟੀ ਵਰਗੇ ਵੀ ਅਸੀਂ ਨਹੀਂ ਬਣ ਸਕਦੇ, ਪਰ ਅਸੀਂ ਬਣਨਾ ਹੈ। ਜਿਵੇਂ ਗੁਰੂ ਸਾਹਿਬ ਨੇ ਕਿਹਾ ਕਿ ਉਹਨਾਂ ਦੇ ਵੀਰ ਜੀ ਨੇ ਕਿਹਾ ਕਿ ਉਹਨਾਂ ਦੇ ਪਾਏ ਪੂਰਨਿਆਂ ਦੇ ਉੱਤੇ ਅਸੀਂ ਚੱਲ ਸਕਦੇ ਹਾਂ, ਤੇ ਸਾਨੂੰ ਚੱਲਣਾ ਵੀ ਚਾਹੀਦਾ ਹੈ। ਤੇ ਇਤਿਹਾਸ ਦਾ ਵਿਖਿਆਨ ਕਰਨ ਦਾ, ਇਤਿਹਾਸ ਦੇ ਵਿਖਿਆਨ ਨੂੰ ਸੁਣਨ ਦਾ ਇਹੀ ਇੱਕ ਮਕਸਦ ਹੁੰਦਾ ਹੈ ਕਿ ਸਾਨੂੰ ਯਾਦ ਆਵੇ ਉਹ ਵੇਲਾ, ਅਸੀਂ ਉਸ ਨੂੰ ਮਹਿਸੂਸ ਕਰੀਏ ਤੇ ਉਸ ਨੂੰ ਜਿਉਂ ਸਕੀਏ। ਤੇ ਕੱਲ ਨੂੰ ਅਸੀਂ ਕੱਲ ਦੇ ਐਪੀਸੋਡ ਦੇ ਵਿੱਚ ਸੁਣਾਂਗੇ ਅਗਲਾ ਇਤਿਹਾਸ। ਗੁਰੂ ਦਸ਼ਮੇਸ਼ ਪਿਤਾ ਸੱਚੇ ਪਾਤਸ਼ਾਹ, ਸਰਬੰਸ ਦਾਨੀ ਪਿਤਾ, ਜਦੋਂ ਨਿਕਲ ਜਾਂਦੇ ਨੇ ਤਾੜੀ ਮਾਰ ਕੇ, ਜਿੱਥੇ ਅੱਜ ਗੁਰਦੁਆਰਾ ਤਾੜੀ ਸਾਹਿਬ ਸੁਸ਼ੋਭਿਤ ਹੈ, ਉਸ ਤੋਂ ਬਾਅਦ ਉਹ ਕਿੱਧਰ ਨੂੰ ਜਾਂਦੇ ਨੇ, ਤੇ ਇੱਥੇ ਜਿਹੜੇ ਸਿੰਘ ਸ਼ਹੀਦ ਹੋਏ ਨੇ ਇਹਨਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਕਤਲਗੜ੍ਹ ਸਾਹਿਬ ਹੈ ਚਮਕੌਰ ਸਾਹਿਬ ਦੇ ਵਿੱਚ, ਜਿੱਥੇ ਸ਼ਹੀਦੀ ਜੋੜ ਮੇਲ ਚੱਲ ਰਿਹਾ ਹੈ। 3 ਦਿਨਾਂ ਸ਼ਹੀਦੀ ਜੋੜ ਮੇਲ ਇੱਥੇ ਹਰ ਸਾਲ ਦਸੰਬਰ ਦੇ ਮਹੀਨੇ ਦੇ ਵਿੱਚ ਲੱਗਦਾ ਹੈ। ਬੜਾ ਭਾਰੀ ਜਿਹੜਾ ਇੱਥੇ ਜੋੜ ਮੇਲ ਭਰਦਾ ਹੈ। ਤੇ ਉਹਨਾਂ ਸਿੰਘਾਂ ਦਾ ਤੇ ਸਾਹਿਬਜ਼ਾਦਿਆਂ ਦਾ ਅੰਤਿਮ ਸੰਸਕਾਰ ਕਿਹਨੇ ਕੀਤਾ ਸੀ, ਕੀ ਕੀਤਾ ਗਿਆ ਸੀ ਜਾਂ ਨਹੀਂ, ਇਹ ਸਾਰਾ ਅਸੀਂ ਕੱਲ ਦੇ ਇਤਿਹਾਸ ਦੇ ਵਿੱਚ ਵੀਰ ਜੀ ਕੁਲਦੀਪ ਸਿੰਘ ਗੜਗੱਜ ਤੋਂ ਸੁਣਾਂਗੇ। ਤੇ ਆਸ ਕਰਦੇ ਹਾਂ ਕਿ ਇਤਿਹਾਸ ਨੂੰ ਆਪਾਂ ਵਾਰੀ-ਵਾਰੀ ਸੁਣ ਕੇ ਇਸ ਨੂੰ ਆਪਣੇ ਜੀਵਨ ਦੇ ਵਿੱਚ ਜ਼ਰੂਰ ਧਾਰਨ ਕਰਾਂਗੇ, ਤੇ ਉਹਨਾਂ ਲਾਸਾਨੀ ਸ਼ਹਾਦਤਾਂ ਨੂੰ ਅਸੀਂ ਸਜਦਾ ਕਰਦੇ ਹਾਂ ਜਿਨ੍ਹਾਂ ਦੇ ਕਰਕੇ ਕੌਮ ਹੈ ਜਿਹੜੀ ਉਹ ਜਿਉਂਦੀ ਹੈ, ਕਿਉਂਕਿ ਕੌਮਾਂ ਹਮੇਸ਼ਾ ਸ਼ਹਾਦਤਾਂ ਦੇ ਨਾਲ ਹੀ ਜਿਉਂਦੀਆਂ ਰਹਿੰਦੀਆਂ ਨੇ। ਤੇ ਕੌਮਾਂ ਦੇ ਜਿਹੜੇ ਵਾਰਿਸ ਹੁੰਦੇ ਨੇ ਉਹਨਾਂ ਦਾ ਫਰਜ਼ ਹੁੰਦਾ ਹੈ ਕਿ ਅਸੀਂ ਯਾਦ ਕਰੀਏ, ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਹੰਢਾਈਏ, ਜੀਈਏ। ਬਹੁਤ ਬਹੁਤ ਧੰਨਵਾਦ ਵੀਰ ਜੀ ਸਾਡੇ ਨਾਲ ਜੁੜਨ ਦੇ ਲਈ। ਸਾਰੇ ਦਰਸ਼ਕਾਂ ਦਾ ਵੀ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।